बिस्मिल्लाहिर्रहमानिर्रहीम अस्सलाम वालेकुम वरहमतुल्लाहि वबरकातुहू। दोस्तों, ਤੁਹਾਡਾ ਭਰਾ ਤੁਹਾਡਾ ਦੋਸਤ ਨਿਸਾਰ ਜਵੇ ਤੇ ਮੈਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਐਨਜੇ ਡ੍ਰੀਮ ਟੀਵੀ ਦੇ ਪਲੇਟਫਾਰਮ ਤੇ। ਦੋਸਤੋ, ਗੱਲਾਂ ਹੀ ਕਿ ਗਰਮ ਗੱਲਾਂ ਨੇ ਕਿ ਈਰਾਨ ਨੇ ਇਸਰਾਈਲ ਤੇ ਹਮਲਾ ਕਰਤਾ। ਪਹਿਲੇ ਇਸਰਾਈਲ ਨੇ ਕੀਤਾ, ਫਿਰ ਈਰਾਨ ਨੇ ਉਹਦੇ ਤੇ ਕਰਤਾ। ਇਸਰਾਈਲ ਨੇ ਉਹਦੇ ਜਿਹੜੇ ਖਾਸ ਬੰਦੇ ਸੀ ਉਹ ਮਾਰਤੇ। ਗੱਲਾਂ ਬੜੀ ਸੋਚ ਰਹੇ ਨੇ, ਜੰਗੀ ਹਕਮਤਾਂ ਨਹੀਂ ਹੁੰਦੀਆਂ ਨੇ ਤੇ ਅਸੀਂ ਇਮੋਸ਼ਨਲ ਹਰ ਵੇਲੇ ਰਹਿਣਾ ਹੈ। ਜ਼ਿੰਦਾਬਾਦ ਤੇ ਮੁਰਦਾਬਾਦ ਦੋ ਗੱਲਾਂ ਅਸੀਂ ਸਿੱਖੀਆਂ ਨੇ, ਖਾਸ ਤੌਰ ਤੇ ਪਾਕਿਸਤਾਨੀਆਂ ਨੇ ਤੇ ਮੁਸਲਮਾਨਾਂ ਨੇ। ਜ਼ਿੰਦਾਬਾਦ ਤੇ ਮੁਰਦਾਬਾਦ, ਬਸ ਤੀਸਰੀ ਗੱਲ ਕੋਈ ਨਹੀਂ। ਗੌਰ ਨਹੀਂ ਕਰਦੇ ਅਸੀਂ, ਕੁਝ ਗੱਲਾਂ ਗੌਰ ਤਲਬ ਵੀ ਨੇ। ਹੁਣ ਤੁਸੀਂ ਦੇਖੋ ਕਿ ਈਰਾਨ ਤੇ ਜਦੋਂ ਹਮਲਾ ਕੀਤਾ ਗਿਆ ਤੇ ਉਦੋਂ ਈਰਾਨ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਸਿਰਫ ਇਹ ਨੁਕਸਾਨ ਹੋਇਆ ਕਿ ਈਰਾਨ ਦੇ ਜਿਹੜੇ ਬੰਦੇ ਜਿਹੜੇ ਈਰਾਨ ਦੀ ਹਕੂਮਤਾਂ ਦੇ ਵਿੱਚ ਸੀ ਜਾਂ ਉਹਨਾਂ ਦੀ ਫੌਜ ਸੀ, ਜਿਹੜੇ ਕਿ ਇੱਕ ਅੱਖ ਨਹੀਂ ਸੀ ਪਾਉਂਦੇ ਦੁਸ਼ਮਣ ਨੂੰ, ਜਿਹੜਾ ਇਹਨਾਂ ਦਾ ਅਸਲ ਖੁਫੀਆ ਕੰਟਰੋਲ ਹੈ, ਉਹਨਾਂ ਨੇ ਆ ਕੇ ਸਿਰਫ ਉਹੀ ਬੰਦੇ ਮਾਰੇ ਨੇ, ਆਪਣਾ ਕੰਮ ਸਿੱਧਾ ਕੀਤਾ, ਚਲੇ ਗਏ ਨੇ। ਉਸ ਤੋਂ ਬਾਅਦ ਰੌਲਾ ਪੈ ਗਿਆ ਕਿ ਜੀ ਈਰਾਨ ਨੇ ਬਾਰਿਸ਼ ਕਰਤੀ ਰਾਕਟਾਂ ਦੀ, ਈਰਾਨ ਨੇ ਜਨਾਬ ਹਮਲਾ ਕਰਤਾ, ਈਰਾਨ ਨੇ ਜਨਾਬ ਯੂੰ ਕਰਤਾ, ਫਲਾਂ ਕਰਤਾ। ਜਿਹੜੇ ਈਰਾਨ ਲਵਰ ਨੇ ਉਹਨਾਂ ਦਾ ਇੱਕ ਆਪਣਾ ਮਿਆਰ ਹੈਗਾ, ਲੇਕਿਨ ਅਸੀਂ ਗੱਲ ਭੁੱਲ ਗਏ। ਉਹ ਇਹ ਗੱਲ ਭੁੱਲ ਜਾਂਦੇ ਆ, ਬਾਰ ਭੁੱਲਨੇ ਆ, ਐਤਕੀ ਫਿਰ ਭੁੱਲੇ ਆ, ਜਜ਼ਬਾਤੀ ਹੋ ਜਾਂਦੇ ਅਸੀਂ। ਜ਼ਿੰਦਾਬਾਦ ਤੇ ਮੁਰਦਾਬਾਦ ਗੱਲ ਇਹ ਭੁੱਲ ਜਾਂਦੇ ਆ ਕਿ ਆਏ ਦਿਨ ਕੀ ਹੁੰਦਾ ਕਿ ਹਮਾਸ ਨੇ ਰਾਕਟਾਂ ਨਾਲ ਬਾਰਿਸ਼ ਕਰਤੀ ਇਸਰਾਈਲ ਤੇ। ਲੇਕਿਨ ਉਹ ਬਾਰਿਸ਼ ਅਸੀਂ ਸੁਣਨੇ ਆ, ਫਿਰ ਤਸਵੀਰਾਂ ਆਉਂਦੀਆਂ ਨੇ, ਵੀਡੀਓ ਆਉਂਦੀਆਂ ਨੇ। ਉਹ ਵੀਡੀਓ ਆਉਂਦੀਆਂ ਨੇ ਜੀ ਜਿਸ ਤਰ੍ਹਾਂ ਫਿਲਮਾਂ ਦੇ ਪੀਸ ਕੱਢੇ ਹੁੰਦੇ ਨੇ, ਸਾਫ਼ ਪਤਾ ਲੱਗਦਾ ਫਿਲਮ ਦਾ ਪੀਸ ਹੈਗਾ। ਉਹ ਸੋਸ਼ਲ ਮੀਡੀਆ ਸੁੱਟੇ ਜਾਂਦੇ ਨੇ ਤੁਹਾਡੇ ਮੇਰੇ ਵਰਗੇ ਬੰਦੇ, ਉਹਨਾਂ ਨੂੰ ਫਿਰ ਦਬਾ ਕੇ ਸ਼ੇਅਰ ਕਰਦੇ ਨੇ। ਇਸਰਾਈਲ ਜਨਾਬ ਅਖੀਰ ਕਿਆਮਤ ਸੁਗਰ ਆ ਗਈ ਤੇ ਯੂੰ ਹੋ ਗਿਆ, ਤੇ ਇਸਰਾਈਲ ਦੀ ਤਬਾਹੀ ਦਾ ਟਾਈਮ ਆ ਗਿਆ, ਇਸਰਾਈਲ ਨਿਸਤਨ ਬੂਦ ਹੋ ਜਾਏਗਾ, ਸਫਾਈ ਸਿਸਟਮ ਮਿਟ ਜਾਏਗਾ। ਇਹ 4 ਦਿਨ ਰੌਲਾ ਪੈਂਦਾ ਰਹਿੰਦਾ ਹੈ। ਉਹ ਇਸਰਾਈਲ ਨਹੀਂ ਟੋਟੇ ਕੱਲੇ ਹੁੰਦੇ ਨੇ ਸਾਰੇ। ਉਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਨੂੰ ਅੱਗੇ ਉਜਾਗਰ ਕਰੀਏ, ਰੌਲਾ ਪਾਈਏ, ਸ਼ੇਅਰ ਕਰੀਏ। ਕਿਉਂ ਕਿ ਦੁਨੀਆ ਇਹਨਾਂ ਕਵੇ ਕਿ ਇਕੱਲਾ ਹੀ ਭਲਵਾਨ ਬਣਿਆ ਹੈ। ਉਹਨੂੰ ਇਹ ਪਤਾ ਲੱਗੇ ਅੱਗੋਂ ਵੀ ਜਵਾਬੀ ਕਾਰਵਾਈ ਹੁੰਦੀ ਹੈ। ਦੋ ਤਰਫਾ ਜੰਗਾਂ ਇਸਰਾਈਲ ਜਿੱਤ ਰਿਹਾ ਤੇ ਉਹ ਇੰਨੀ ਡਾਕਟਰਾਂ ਦੀ ਬਾਰਿਸ਼ ਹੁੰਦੀ ਹੈ, ਸਭ ਕੁਝ ਹੁੰਦਾ, ਖਬਰਾਂ ਅਸੀਂ ਵੇਖਦੇ ਤੇ ਉਹ ਵੀਡੀਓ ਵੀ ਵੇਖਦੇ ਜਿਹੜੀਆਂ ਕਿ ਫਿਲਮਾਂ ਦੇ ਟੋਟੇ ਹੁੰਦੇ ਨੇ। ਲੇਕਿਨ ਅਸਲ ਦੇ ਵਿੱਚ ਇਸਰਾਈਲ ਨੂੰ ਕੁਝ ਵੀ ਨਹੀਂ ਆਉਂਦਾ। ਬਾਅਦ ਚ ਪਤਾ ਲੱਗਦਾ ਕਿ ਇਸਰਾਈਲ ਗਜ਼ਾ ਖਾ ਗਿਆ, ਇਸਰਾਈਲ ਫਲਾਨਾ ਖਾ ਗਿਆ, ਇਸਰਾਈਲ ਫਲਾਨਾ ਖਾ ਗਿਆ। ਹੁਣ ਹਕੂਮਤਾਂ ਮੇਰੀ ਜੰਗ ਦੀ ਜਿਹੜੀ ਗਈ ਸੀ ਬੜੀ ਲੰਮੀ ਸੀ, ਗੱਲ ਬੜੀ ਗੌਰਤਲਬ ਹੈ। ਉਹ ਲੰਮੀ ਇਸ ਤਰ੍ਹਾਂ ਸੀ ਕਿ ਵੀ ਇੰਡੀਆ ਨੇ ਚੜ੍ਹਾਈ ਕਰਨੀ ਸੀ ਪਾਕਿਸਤਾਨ ਤੇ, ਰਿਜ਼ਲਟ ਕੋਈ ਵੀ ਨਿਕਲਦਾ। ਇਹਨੂੰ ਇੱਥੇ ਰੋਕ ਕੇ ਪਹਿਲੇ ਇੱਕ ਗੱਲ ਸਮਝ ਲਵੋ। ਇਸਰਾਈਲ ਦੇ ਖਿਲਾਫ ਕਰਾਰਦਾਦ ਜਾਵੇ ਤੇ ਉਹ ਵੀਟੋ ਕਰ ਦਿੰਦਾ ਅਮਰੀਕਾ। ਥੋੜੇ ਦਿਨ ਪਹਿਲੇ ਕੀਤੀ ਹੈ। ਜਦੋਂ ਇਸਰਾਈਲ ਈਰਾਨ ਤੇ ਹਮਲਾ ਕਰੇ ਤਾਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਤੇ ਨਹੀਂ ਹੋਣੀ ਚਾਹੀਦੀ, ਫਲਾਣਾ ਹੋਣਾ ਚਾਹੀਦਾ। ਉਹ ਉਹਨੇ ਕੁਝ ਬਿਆਨਾਂ ਦੇ ਦਿੰਦਾ ਜਿੰਨੀ ਜ਼ਰੂਰਤ ਹੁੰਦੀ ਹੈ। ਹੁਣ ਬੰਦਾ ਇਹ ਸਾਰੀ ਚੀਜ਼ਾਂ ਦੇਖ ਕੇ ਅਗਰ ਕਵੇ ਜੀ ਇਸਰਾਈਲ ਤੇ ਅਮਰੀਕਾ ਦੋ ਨੇ, ਫਿਰ ਵੀ ਦੁੱਖ ਵਾਲੀ ਗੱਲ ਹੈ। ਜੇ ਬੰਦਾ ਕਵੇ ਜੀ ਇਸਰਾਈਲ ਅਮਰੀਕਾ ਤੇ ਹਮਾਸ ਅਲੱਗ ਚੀਜ਼ਾਂ ਨੇ, ਫਿਰ ਬੜਾ ਅਜੀਬ ਲੱਗਦਾ। ਜਿਹੜੇ ਬਾਰਿਸ਼ਾਂ ਕਰਦੇ ਨੇ ਨਾ ਰਾਕਟਾਂ ਦੀਆਂ ਤੇ ਬਾਅਦ ਚ ਕੁਛ ਨਹੀਂ ਹੁੰਦਾ, ਉਹ ਸਾਰੇ ਹੁੰਦੇ ਆਪਣੇ ਹੁੰਦੇ ਨੇ, ਸੈੱਟ ਫਾਈਟ ਹੁੰਦੀ ਹੈ। ਤੇ ਈਰਾਨ ਨੇ ਵੀ ਕਈ ਵਾਰੀ ਬਾਰਿਸ਼ ਕੀਤੀ ਹੈ ਰਾਕਟਾਂ ਦੀ, ਕਈ ਵਾਰੀ ਕਬੂਤਰ ਜੇ ਛੱਡੇ ਨੇ ਜਿਹੜੇ ਤਾਰਾਂ ਜਾ ਕੇ ਫਸ ਗਏ ਨੇ। ਅਸੀਂ ਲੋਕ ਬਸ ਇਮੋਸ਼ਨਲ ਹੋ ਕੇ ਜ਼ਿੰਦਾਬਾਦ ਮੁਰਦਾਬਾਦ ਕਰਦੇ। ਹੁਣ ਅਸੀਂ ਵਾਪਸ ਆਨੇ ਕਿ ਪਲੱਸ ਪੁਲਿਸ ਹੀ ਹੈਗੀ ਸੀ। ਦੁਸ਼ਮਣ ਨੇ ਸਾਡੇ ਮੁਲਕ ਨੂੰ ਅੰਦਰੂਨੀ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਕਰ ਲਿਆ ਸੀ। ਨਾ ਸਿਰਫ ਇਹਨੂੰ ਕਮਜ਼ੋਰ ਕਰ ਲਿਆ ਸੀ, ਇਹਦੇ ਉੱਤੇ SSC ਮਤਲਬ ਕਿ ਸਾਡਾ ਸਟੇਟ ਬੈਂਕ ਹੀ ਸਾਡਾ ਨਹੀਂ ਰਹਿ ਗਿਆ। ਉਹ IMF ਕੋਲ ਚਲਾ ਗਿਆ, ਕਸ਼ਮੀਰ ਸਾਡੇ ਇੱਥੋਂ ਨਿਕਲ ਗਿਆ। ਉਹਨੇ ਆਪਣੀ ਹਕੂਮਤ ਲਿਆ ਕੇ ਇੱਥੇ ਚੰਗੀ ਤਸੱਲੀ ਕੀਤੀ। ਹੁਣ ਦੁਸ਼ਮਣ ਨੂੰ ਇਹ ਪਤਾ ਸੀ ਕਿ ਤਰਨ ਵਾਲਾ ਹੈਗਾ। ਨਰਤ ਵਾਲਾ ਕਹਿਣ ਲੱਗਾ ਸੀ, ਤਰਨ ਵਾਲਾ ਹੈ ਪਾਕਿਸਤਾਨ ਨਾ। ਹੁਣ ਇਹਨੂੰ ਜਦੋਂ ਮਰਜ਼ੀ ਇੰਡੀਆ ਫੜੇ, ਇਹਨੇ ਇੰਡੀਆ ਨੇ ਇੰਜ ਕਰਕੇ ਮਾਰਨਾ ਤਾਂ ਇੰਜ ਨਿਕਲ ਜਾਣਾ ਕੰਮ। ਫੌਰੀ ਤੌਰ ਤੇ ਸਿਫਾਰਿਸ਼ਾਂ ਲਾ ਲਓ ਕਿ ਰਾਹ ਫੇਲ ਤਿਆਰੇ। ਉਹ ਵੀ ਇੰਡੀਆ ਨੂੰ ਦਿੱਤੇ ਗਏ ਕਿ ਲੈ ਵੀ ਚੜ ਜਾਣ ਪਾਕਿਸਤਾਨ ਤੇ। ਇੰਡੀਆ ਦੀ ਬੜੀ ਖੁਆਇਸ਼ ਸੀ ਪਾਕਿਸਤਾਨ ਤੇ ਚੜ੍ਹਨ ਦੀ, ਲੇਕਿਨ ਇੰਡੀਆ ਇਹ ਕਹਿੰਦਾ ਸੀ ਕਿ ਮੇਰੇ ਨਾਲ ਚੱਲੋ। ਬੜੀ ਦੇਰ ਦਾ ਹੀ ਰੌਲਾ ਪਿਆ। ਹੁਣ ਜਦੋਂ ਨਾਲ ਤੇ ਕੋਈ ਚੱਲਦਾ ਨਹੀਂ ਸੀਗਾ, ਉਹ ਰੌਲਾ ਇਸ ਤਰ੍ਹਾਂ ਬਣ ਗਿਆ ਤੇ ਉਹਨਾਂ ਕਹਿੰਦਾ ਤੂੰ ਚੱਲ, ਅਸੀਂ ਨਾਲ ਹੀ ਗਏ, ਥੋੜਾ ਪਿੱਛੇ ਰਵਾਂਗੇ, ਹਿਸਾਬ ਨਾਲ ਚੱਲੀਦਾ। ਉਹ ਇੰਡੀਆ ਵਾਲਾ ਕੰਮ ਤੇ ਹੋ ਗਿਆ ਫੇਲ, ਉਹ ਪੈ ਗਿਆ ਪੁੱਠਾ। ਉਹਨੂੰ ਕੰਟਰੋਲ ਕਰਨ ਵਾਸਤੇ ਕੀ ਕੀਤਾ ਉਹਨਾਂ ਨੇ, ਯਕਦਮ ਜੰਪ ਮਾਰਿਆ। ਟਰੰਪ ਨੇ ਕਿਹਾ ਪਾਕਿਸਤਾਨ ਇਜ਼ ਨਾਈਸ ਕੰਟਰੀ ਤੇ ਗ੍ਰੇਟ ਪੀਪਲ ਤੇ ਗ੍ਰੇਟ ਫਲਾਨਾ ਤੇ ਟਮਕਾਨਾ ਮੋਦੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ, ਜੋ ਵੀ ਉਹਨੇ ਸ਼ੁਰੂ ਕੀਤਾ। ਇਹ ਕਿ ਉਹ ਜਿਹੜਾ ਡੈਮੇਜ ਹੋਣਾ ਸੀ ਨਾ, ਜਿਹਦੇ ਵਿੱਚ ਸਾਰੇ ਲਪੇਟਿਆ ਨਹੀਂ ਸੀ, ਉਹਨੂੰ ਕੰਟਰੋਲ ਕਰਨ ਵਾਸਤੇ। ਉਧਰੋਂ
ਇਲਾਕੇ ਸੀ ਪਾਕਿਸਤਾਨ ਕੋਲ ਪਏ ਹੈ, ਉਹ ਇਲਾਕੇ ਪਾਕਿਸਤਾਨ ਨੇ ਜਿਹੜੀ ਜੰਗ ਦੇ ਵਿੱਚ ਘਿਰੇ ਸੀ। ਇਹ ਹੁਣ ਉਧਰੋਂ ਟਰੰਪ ਵੀ ਮਿੰਨਤਾਂ ਕਰ ਰਿਹਾ ਸੀ, ਉਧਰੋਂ ਜਿਹੜਾ ਟਰੰਪ ਦਾ ਬੱਚਾ ਉਹ ਜਿਹੜਾ ਅੱਜ ਕੱਲ੍ਹ ਸਊਦੀਆ ਤੇ ਹੁਕੂਮਤ ਕਰਦਾ, ਉਹ ਮਤਲਬ ਸ਼ਹਿਜ਼ਾਦਾ ਬਾਦਸ਼ਾਹ ਕੋਈ ਸ਼ਹਿਜ਼ਾਦਾ ਕੋਈ ਬਾਦਸ਼ਾਹ ਮਤਲਬ ਬਾਦਸ਼ਾਹ ਕਹਿੰਦੀ, ਉਹ ਇੱਕ ਮਤਲਬ ਕਿ ਉਹ ਵੀ ਇੱਕ ਅਜੀਬ ਤੁਹਾਡੇ ਵਾਸਤੇ ਨਾ ਸਮਝਣ ਵਾਲੀ ਗੱਲਾਂ ਨਾ, ਕਦੀ ਗੌਰ ਨਾਲ ਬੈਠ ਕੇ ਸੋਚਿਆ ਕਰੋ। ਉਹ ਸ਼ਰੀਫ ਮੱਕਾ ਦੇ ਬੱਚੇ, ਉਹ ਉੱਥੇ ਮਤਲਬ ਕਿ ਇੰਡੀਆ ਵਾਸਤੇ ਕੰਮ ਕਰ ਰਿਹਾ, ਪਾਕਿਸਤਾਨ ਨੂੰ ਬਿਠਾ ਕੇ ਸਮਝਾ ਰਿਹਾ ਹੈ, ਪਾਕਿਸਤਾਨ ਦੇ ਆਰਮੀ ਚੀਫ ਨੂੰ ਬੁਲਾ ਰਿਹਾ ਹੈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਬੁਲਾ ਰਿਹਾ ਹੈ, ਬੜੇ ਉਹਨਾਂ ਨੂੰ ਪ੍ਰੋਟੋਕੋਲ ਦੇ ਰਿਹਾ ਹੈ, ਗੱਡੀ ਉਹਨਾਂ ਦੀ ਚਲਾ ਰਿਹਾ ਹੈ। ਤੇ ਅੰਦਰੋਂ ਗੱਲ ਕੀ ਕਿ ਇਲਾਕੇ ਲੋਕ ਛੱਡ ਦਿਓ। ਉਧਰੋਂ ਅਮਰੀਕਾ ਵੀ ਉਹਨੂੰ ਜ਼ੋਰ ਦੇ ਰਿਹਾ ਕਿ ਉਹਨੂੰ ਬੁਲਾ ਕੇ ਬਿਠਾ ਤੇ ਪਿਆਰ ਮੁਹੱਬਤ ਛੁੜਾ ਤੇ ਨਾਲੇ ਸਾਡੇ ਕੋਲ ਭੇਜ, ਬਾਕੀ ਦੀ ਗੱਲਾਂ ਕੁਛ ਤੂੰ ਮਨਵਾ ਤੇ ਕੁਛ ਮੈਂ ਮਨਵਾਵਾਂਗਾ। ਟਰੰਪ ਉਹ ਸਾਡੇ ਆਰਮੀ ਚੀਫ ਸਾਹਿਬ ਉੱਥੇ ਜਾ ਰਹੇ, ਜਾਂ ਪਹੁੰਚ ਗਏ ਨੇ ਜਾਂ ਚਲੇ ਗਏ ਨੇ ਜਾਂ ਰਸਤੇ 'ਚ ਨੇ। ਉੱਥੇ ਜਿਹੜਾ ਰੌਲਾ ਬਣਿਆ ਜੀ ਅਸੀਂ ਉਹ ਇhtਜਾਜ ਕਰਾਂਗੇ, ਉਹਨੇ ਕਿਹਾ ਤੁਹਾਡੀ ਐਸੀ ਤੈਸੀ ਕੋਈ ਇhtਜਾਜ ਕਰੇ, ਮਤਲਬ ਕਿ ਆਪੇ ਹੀ ਇhtਜਾਜ ਦਾ ਕਹਾ ਕੇ ਆਪੇ ਹੀ ਧਮਕੀ ਲਾ ਕੇ ਥੱਕੇ ਜ਼ਰਾ ਜ਼ਿਆਦਾ ਹਮਦਰਦੀਆਂ ਹਾਸਲ ਹੋਣ। ਉਹ ਇੱਕ ਸਿਆਸਤ ਵਾਲੀ ਚੱਲਦੀ ਪਈ, ਉਧਰ ਵਾਲੀ ਕਾਫੀ ਮਸਰੂਫੀਅਤ ਹੈਗੀ ਹੈ, ਮਸਰੂਫ ਚੱਲ ਰਿਹਾ ਸਾਰਾ। ਉਧਰੋਂ ਉਹਨਾਂ ਨੇ ਪਲਾਨਿੰਗ ਤਿਆਰ ਕੀਤੀ ਕਿ ਜੇ ਇਰਾਨ ਵਾਲਾ ਕੰਮ ਜਿਹੜਾ ਨਾ ਇੱਧਰੋਂ ਕੰਮ ਸ਼ੁਰੂ ਕਰੀਏ ਤੇ ਫਾਇਦੇ ਆਪਣੇ ਚੁੱਕਦੇ ਨੇ। ਤੁਹਾਨੂੰ ਲੱਗਦਾ ਕਿ ਕੀ ਹੋ ਰਿਹਾ, ਤੁਹਾਨੂੰ ਸਮਝ ਨਹੀਂ ਲੱਗਦੀ। ਫਾਇਦੇ ਆਪਣੇ ਚੁੱਕਦੇ ਨੇ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਮਾਹੌਲ ਹੈ ਬਣਾਓ ਹਮਲਾ ਕਰਨ ਵਾਲਾ। ਇਲਾਕਾ ਸਾਰਾ ਬਿਜ਼ੀ ਕਰ ਲਿਆ ਨਾ, ਸਾਰਾ ਇਲਾਕਾ ਪੂਰਾ ਮਿਡਲ ਈਸਟ ਹੀ ਬਿਜ਼ੀ ਕਰ ਲਿਆ। ਉਹ ਆਇਆ ਇਸਰਾਈਲ, ਜਿਵੇਂ ਮਾਸੀ ਦੇ ਘਰ ਆਈਦਾ, ਫੁੱਫੋ ਦੇ ਵੱਡੀ ਫੁੱਫੋ ਦੇ ਘਰ ਮਿਲਣ ਆਈਦਾ, ਤੇ ਜਿਹੜੇ ਮਰਜ਼ੀ ਕਮਰੇ ਚਲੇ ਜਾਓ, ਜਿੱਥੇ ਮਰਜ਼ੀ ਬੈਠੋ, ਫੁੱਫੋ ਨੂੰ ਪਤਾ ਬੱਚਾ ਹੀ ਨਾ ਆਪਣਾ। ਉਹ ਉਸ ਤਰ੍ਹਾਂ ਫੁੱਫੋ ਦੇ ਘਰ ਤਰ੍ਹਾਂ ਆਇਆ, ਉਹਨੇ ਆ ਕੇ ਜਿਹੜਾ ਬੰਦਾ ਉਹਨੂੰ ਨਹੀਂ ਸੀ ਚਾਹੀਦਾ ਉਹ ਚੁੱਕਤਾ। ਉਹ ਪਹਿਲੇ ਇੱਥੇ ਇਕੱਠੇ ਕਰਕੇ ਪਾਏ ਸੀ ਕਿ ਵੀ ਤੁਸੀਂ ਫਲਾਣੇ ਨੇ ਇੱਥੇ ਬਹਿਣਾ। ਉਹਨੇ ਚੁੱਕਾ ਕੇ ਆਪਣੇ ਉਹਨੇ ਸਿੱਧੇ ਕਰ ਲੈਣੇ ਹਿਸਾਬ, ਕਿਉਂਕਿ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਯਹੂਦੀ ਸਭ ਤੋਂ ਜ਼ਿਆਦਾ ਇਰਾਨ ਹੀ ਰਹਿੰਦਾ ਤੇ ਉੱਥੇ ਆਪਾਂ ਨੂੰ ਸੇਫ ਸਮਝਦਾ। ਤੇ ਬਾਕੀ ਸਾਰੀ ਗੇਮਾਂ ਹੀ ਨੇ ਬੜੀ ਲੰਮੀ ਚੌੜੀਆਂ। ਇਹਨੂੰ ਬੜੀ ਜਦੋਂ ਤੱਕ ਸਮਝ ਲੱਗੇਗੀ ਨਾ ਉਦੋਂ ਤੱਕ ਟੂ ਲੇਟ ਹੁੰਦਾ। ਹਮੇਸ਼ਾ ਇਸ ਹੁੰਦਾ ਜਦੋਂ ਤੱਕ ਸਮਝ ਲੱਗਦੀ ਤੇ ਟੂ ਲੇਟ ਹੋ ਜਾਂਦਾ। ਉਹ ਆਇਆ ਬੰਦੇ ਚੁੱਕ ਕੇ ਚਲਾ ਗਿਆ। ਉਸ ਤੋਂ ਬਾਅਦ ਇਰਾਨ ਨੇ ਕਿਹਾ ਜੀ ਕਿ ਮੈਂ ਛੱਡਾਂਗਾ ਨਹੀਂ। ਹੁਣ ਤੁਸੀਂ ਦੇਖੋ ਨਾ ਜੰਗ ਦਾ ਵੀ ਸਮਾਂ ਬਣਾਉਣਾ ਨਾ। ਉਹਨੇ ਡਰੋਨ ਛੱਡੇ ਡਰੋਨ ਸੀ ਕਿ ਜੀ ਉਹ ਸਾਰੇ ਲੋਕੀ ਕਹਿ ਵੀ ਰਹੇ ਸੀ ਕੋਈ ਅਰਡੀ ਵੱਡੀ ਤਬਾਹੀ ਕਰਕੇ ਡਰੋਨ ਛੱਡ ਕੇ ਬਹਿ ਗਿਆ। ਡਰੋਨ ਤਾਂ ਪਹਿਲੇ ਕਈ ਵੀ ਛੱਡੇ ਰਸਤੇ ਪਹੁੰਚਦੇ ਹੀ ਨਹੀਂ ਗਏ। ਇੱਕਦਮ ਸ਼ਾਮ ਨੂੰ ਪਤਾ ਚੱਲਦਾ ਜੀ ਉਹਨੇ ਮਜ਼ਾਲਾਂ ਦੀ ਬਾਰਿਸ਼ ਕਰਤੀ ਉੱਤੇ। ਉਹ ਨਾ ਤਾਂ ਤੁਸੀਂ ਇਸਰਾਈਲ ਦੇ ਜਾ ਕੇ ਵੇਖਣਾ ਤੇ ਨਾ ਮੈਂ ਵੇਖਣਾ। ਖਬਰਾਂ ਉਹਨੇ ਜਿਹੜੀ ਉਹਨਾਂ ਨੇ ਆਪੇ ਛੱਡ ਦੇਣੀਆਂ ਨੇ ਕਿ ਡਰੋਨਾਂ ਦੀ ਬਾਰਿਸ਼ ਹੋ ਗਈ। ਉਹ ਡਰੋਨ ਕਹਿੰਦੇ ਮਜ਼ਾਲਾਂ ਦੀ, ਲੇਕਿਨ ਉਹਦੇ ਚਿੜੀ ਨਹੀਂ ਮਾਰਦੀ। ਮਜ਼ਾਲਾਂ ਦੀ ਬਾਰਿਸ਼ ਹੁੰਦੀ ਹੈ, ਸਭ ਕੁਛ ਹੁੰਦਾ, ਚਿੜੀ ਇੱਕ ਨਹੀਂ ਮਾਰਦੀ ਉਹਦੇ। ਅੱਜ ਤੱਕ ਕਦੀ ਕੁਛ ਨਹੀਂ ਹੁੰਦਾ ਵਿਗੜਿਆ। ਉਹ ਸਿਰਫ ਵੀਡੀਓ 'ਚ ਨਜ਼ਰ ਆਉਂਦਾ ਕਿ ਇਹ ਹੋ ਗਿਆ ਤੇ ਇਸ ਤਰ੍ਹਾਂ ਐਂਬੂਲੈਂਸਾਂ ਆ ਗਈਆਂ ਤੇ ਸ਼ੀਸ਼ੇ ਟੁੱਟੇ ਪਏ ਨੇ, ਤੇ ਉਹੀ ਵੀਡੀਓ ਬਾਰ-ਬਾਰ ਆਉਂਦੀਆਂ ਨੇ। ਅਸੀਂ ਇਹ ਵੀ ਨਹੀਂ ਦੇਖਣ ਜੋਗੇ ਹੈਗੇ ਕਿ ਇਹੀ ਵੀਡੀਓ ਪਿਛਲੀ ਵਾਰੀ ਆਈ ਸੀ। ਕਦੀ ਉਹ ਮਤਲਬ ਹਰ ਚੀਜ਼ ਦਾ ਉਹਨੇ ਇੱਕ ਫਾਰਮੂਲਾ ਰੱਖਿਆ ਹੈ। ਗਜ਼ਾ ਨੂੰ ਕੁੱਟਣਾ ਤੇ ਹਮਾਸ, ਜੇ ਦੁਨੀਆ ਬਾਕੀ ਨੂੰ ਕੁੱਟਣਾ ਤੇ ਇਰਾਨ ਨਾਲ ਜਦੋਂ ਮੂੰਹ ਮਾਰੀ ਹੋਈ ਹੈ, ਜਦੋਂ ਰੌਲਾ ਪਿਆ, ਤੁਸੀਂ ਮੈਂ ਤੁਹਾਨੂੰ ਗਰੰਟੀ ਦੇਣਾ ਉਦੋਂ ਚੈੱਕ ਕਰਕੇ ਵੇਲੇ ਜਦੋਂ ਇੰਡੀਆ ਕਹਿ ਰਿਹਾ ਅਮਰੀਕਾ ਨਾਲ ਧਮਕੀਆਂ ਚੱਲੀਆਂ ਨੇ, ਇਸਰਾਈਲ ਨਾਲ ਰੌਲੇ ਪਏ ਨੇ, ਤੇ ਇਰਾਨ ਦੇ ਆਸੇ ਪਾਸੇ ਦਾ ਇੱਕ ਅੱਧਾ ਮੁਲਕ ਫਰਕ ਹੋ ਜਾਂਦਾ। ਹੁਣ ਇਰਾਨ ਦੇ ਆਸੇ ਪਾਸੇ ਉਧਰੋਂ ਤਾਂ ਫਰਕ ਕਰ ਲਿਆ, ਇੱਧਰ ਹੁਣ ਅਸੀਂ ਵੀ ਬੈਠੇ ਹਾਂ, ਉਧਰੋਂ ਅਸੀਂ ਇੰਡੀਆ ਨੂੰ ਕੁੱਟ ਛੱਡਿਆ। ਹੁਣ ਇਹ ਜਿਹੜਾ ਸਿਸਟਮ ਅੱਗੇ ਜਾ ਰਿਹਾ ਨਾ, ਜਿਹੜਾ ਮੈਨੂੰ ਸਮਝ ਲੱਗਦੀ ਹੈ, ਇਹ ਮਤਲਬ ਅਸੀਂ ਨਜੂਮੀ ਥੋੜ੍ਹੇ ਗਏ, ਜਿਹੜੀ ਮੈਨੂੰ ਸਮਝ ਲੱਗਦੀ ਹੈ ਇਰਾਨ ਦੇ ਕੁਛ ਏਰੀਆ ਦੇ ਵਿੱਚ ਇਹ ਜੰਗ ਦੇ ਵਿੱਚ ਹੀ ਕੋਸ਼ਿਸ਼ ਕਰਾਂਗੇ ਕੋਈ ਇੰਝ ਕਬਜ਼ੇ ਹੋਣ ਤੇ ਉੱਥੇ ਬੇਸਾਂ ਬਣ ਜਾਣ। ਉਹਦੇ ਕਬਜ਼ੇ ਹੋਣਗੇ ਉਹ ਪਾਕਿਸਤਾਨ ਦੀ ਸਾਈਡ ਤੇ ਹੋਣਗੇ। ਤੇ ਅੱਗੇ ਤੁਹਾਨੂੰ ਪਤਾ BLA ਤੇ ਸਾਰਾ ਕੁਝ ਪਹਿਲੇ ਤਿਆਰ ਕੀਤਾ ਹੈ। ਇੰਡੀਆ ਨੇ ਬੜੇ ਉੱਥੇ ਪੌਕਟਾਂ ਭਰੀਆਂ ਨੇ ਜਿਨ੍ਹਾਂ ਨੂੰ ਅਸੀਂ ਖਤਮ ਕਰਾਉਂਦੇ ਫਿਰਨੇ ਹਾਂ। ਅਸੀਂ ਕਈ ਵਾਰੀ ਗਏ ਹਾਂ ਇਰਾਨ ਕੋਲ। ਇਰਾਨ ਨੇ ਮਤਲਬ ਕਿ ਇਰਾਨ ਨੇ ਤੁਹਾਨੂੰ ਯਾਦ ਹੈਗਾ ਕੁਛ ਅਰਸਾ ਪਹਿਲੇ ਆਪ ਜ਼ਾਤੀ ਤੌਰ ਤੇ ਵੀ ਹਮਲਾ ਕਰਤਾ ਸੀ, ਜਿਹਦਾ ਜਵਾਬ ਇਰਾਨ ਨੂੰ ਵੀ ਦਿੱਤਾ ਗਿਆ ਸੀ। ਇਹ ਉਹੀ ਇਰਾਨ ਹੈ, ਇਹ ਉਹੀ ਸਭ ਕੁਛ ਹੈ। ਅਸੀਂ ਅਜੇ ਭੁੱਲ ਕੇ ਅੱਗੇ ਟੁਰ ਪੈਂਦੇ। ਜਦੋਂ ਪਾਕਿਸਤਾਨ ਕੋਈ ਕਾਰਨਾਮਾ ਕਰਦਾ ਅਸੀਂ ਕਹਿੰਦੇ ਹੋਰੇ ਜੰਗ ਹੋਈ ਕਿ ਨਹੀਂ ਹੋਈ। ਪਾਕਿਸਤਾਨ ਜਾ ਕੇ ਉਹਨਾਂ ਤਬਾਹੀ ਲਾਦਾ, ਅਸੀਂ ਕਹਿੰਦੇ ਸਾਨੂੰ ਕੀ ਪਤਾ। ਅਸੀਂ ਕਹਿੰਦੇ ਜੀ ਇਹਨੂੰ ਫੀਲਡ ਮਾਰਸ਼ਲ ਐਵੇਂ ਬਣਾਤਾ ਗਿਆ। ਤੇ ਇਰਾਨ ਦਾ ਵੈਸੇ ਹੀ ਮਸ਼ਹੂਰ ਹੋ ਜਾਵੇ ਤੇ ਬੱਲੇ ਬੱਲੇ ਇਰਾਨ ਛਾ ਗਿਆ, ਇਰਾਨ ਆ ਗਿਆ। ਤੇ ਇਰਾਨ ਨੇ ਉਹ ਕਿੰਨੀ ਵਾਰੀ ਕਰ ਚੁੱਕੇ ਜੇ ਹੁਣ ਤੱਕ, ਪਿਛਲੇ ਅੱਧੀ ਸਦੀ ਵੇਖ ਲਓ ਕਿੰਨੀ ਵਾਰੀ ਤੁਸੀਂ ਰੌਲਾ ਪਾਇਆ ਇਰਾਨ ਦਾ। ਤੇ ਕੀ ਹੋਇਆ, ਇਰਾਨ ਨੇ ਕੀ ਕੀਤਾ? ਇਰਾਨ ਉਹਨਾਂ ਦੇ ਨਾਲ ਹੀ ਬੈਠਾ ਹੁੰਦਾ। ਇੱਕ ਇੱਟ ਜਿਹੜੀ ਹੈ ਨਾ ਉਹ ਇਸਰਾਈਲ ਦੀ ਨਹੀਂ ਟੁੱਟੀ ਹੁੰਦੀ। ਛਾਂ ਹੋਈ ਰਾਕਟਾਂ ਦੀ, ਜਿੱਥੇ ਨਹੀਂ ਛਾਂ ਹੋਈ ਉੱਥੇ ਬੰਦੇ ਮਰ ਜਾਂਦੇ ਨੇ। ਇਹ ਹੁਣ ਗਜ਼ਾ ਤੁਹਾਡੇ ਸਾਹਮਣੇ, ਇਸਰਾਈਲ ਹੈ, ਇਰਾਕ ਹੈ, ਉਰਦਨ, ਸ਼ਾਮ, ਸਾਰੇ ਪਾਸੇ ਤੇ ਛਾਂ ਨਹੀਂ ਹੁੰਦੀ। ਇਨਸਾਨੀਅਤ ਦੀ ਉੱਥੇ ਵਜੂਦ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਬੱਚੇ ਵੱਡੇ ਸਭ ਰੋ ਰਹੇ ਹੁੰਦੇ ਨੇ। ਪਰ ਦੁਆਵਾਂ ਯਾਦ ਰੱਖਣਾ ਸਰ ਜੀ, ਗੌਰ ਕਰਨਾ ਇਸ ਗੱਲ ਤੇ, ਦੁਆਵਾਂ ਯਾਦ ਰੱਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਅੱਲਾ ਹਾਫਿਜ਼।